Good morning, +1 class. Today topic is law of conservation of energy. So बेटा अपन पता है स्टेटमेंट भी इतने लिखी हुई है. इट स्टेट दैट एनर्जी कैन नैदर भी क्रिएटेड नॉर भी डिस्ट्रॉय. ना तो आप एनर्जी ਨੂੰ ਬਣਾ ਸਕਦੇ ਹਾਂ, ਕ੍ਰੀਏਟ ਕੀਤਾ ਜਾ ਸਕਦਾ ਹੈ, ਨਾ ਹੀ ਉਹਨੂੰ ਖਤਮ ਕੀਤਾ ਜਾ ਸਕਦਾ ਹੈ. ਜਿਹੜੀ ਯੂਨੀਵਰਸ ਦੇ ਵਿੱਚ એનર્ਜੀ ਹੈ ਉਹ ਹਮੇਸ਼ਾ ਕੰਜ਼ਰਵ ਰਹਿੰਦੀ ਹੈ, ਉਹ ਕੌਨਸਟੈਂਟ ਰਹਿੰਦੀ ਹੈ, ਉਹ ਨਾ ਵੱਧਦੀ ਹੈ ਨਾ ਘਟਦੀ ਹੈ. ਹਾਊਐਵਰ ਇਟ ਮੇ ਚੇਂਜ ਫਰੋਮ ਵਨ ਫਾਰਮ ਟੂ ਅਨਦਰ. ਉਹ ਇੱਕ ਫਾਰਮ ਤੋਂ ਦੂਸਰੀ ਫਾਰਮ ਦੇ ਵਿੱਚ ਚੇਂਜ ਹੋ ਜਾਂਦੀ ਹੈ. ਸੋ ਬੇਟਾ ਜੀ ਇਹਦੇ ਵਾਸਤੇ ਡੇਲੀ ਲਾਈਫ ਐਗਜ਼ਾਮਪਲ ਵੀ ਹੈਗੀਆਂ ਆਪਣੇ ਕੋਲ, ਐਗਜ਼ਾਮਪਲ ਵੀ ਬਣਾਂਗੇ. ਸੋ ਲਾ ਆਫ ਕੰਜ਼ਰਵੇਸ਼ਨ ਆਫ એનર્ਜੀ ਦੇ ਵਿੱਚ ਜੇ ਆਪਾਂ ਫੋਲੋ ਕਰੀਏ ਤਾਂ ਆਪਣੇ ਕੋਲ ਵਰਕ એનર્ਜੀ ਥਿਊਰਮ ਆਏਗੀ. ਬੇਟਾ ਇਹ ਚੈਪਟਰ ਨੰਬਰ 4 ਦੇ ਵਿੱਚ ਪੜ੍ਹਾਂਗੇ ਆਪਾਂ ਵਰਕ એનર્ਜੀ ਥਿਊਰਮ. ਇਹ ਉਹਦੇ ਵਿੱਚ ਕੰਜ਼ਰਵੇਸ਼ਨ ਆਫ એનર્ਜੀ ਦੀ ਵੀ ਗੱਲ ਕਰ ਦਿੰਦਾ. ਇਹਦੇ ਵਿੱਚ ਹੋਰ ਗੱਲ ਕੀਤੀ ਜਿਹੜਾ ਟਾਈਮ ਉਹ ਯੂਨੀਫਾਰਮਲੀ ਫਲੋ ਕਰਦਾ. ਆਪਾਂ ਨੂੰ ਪਤਾ ਕਿ ਜਿਹੜਾ ਟਾਈਮ ਉਹ ਯੂਨੀਫਾਰਮਲੀ ਹੀ ਫਲੋ ਕਰੇਗਾ, ਟਾਈਮ ਨੇ ਲਗਾਤਾਰ ਚੱਲਦੇ ਜਾਣਾ. ਸੋ ਬੇਟਾ ਫਸਟ ਐਗਜ਼ਾਮਪਲ ਹੈ ਆਪਣੇ ਕੋਲ ਕੰਜ਼ਰਵੇਸ਼ਨ ਆਫ ਏ ਲਾ ਆਫ ਕੰਜ਼ਰਵੇਸ਼ਨ ਆਫ એનર્ਜੀ ਫਰੋਮ ਏ ਡੇਲੀ ਲਾਈਫ. ਵੈਨ ਏ ਬੋਡੀ ਫਰੀਲੀ ਫਾਲ, ਕੋਈ ਬੋਡੀ ਫਰੀਲੀ ਫਾਲ ਅੰਡਰ ਦਾ ਐਕਸ਼ਨ ਆਫ ਗ੍ਰੈਵਿਟੀ ਡਿੱਗਦੀ ਹੈ ਅਤੇ ਆਪਾਂ ਨੂੰ ਪਤਾ ਉੱਥੇ ਮਕੈਨੀਕਲੀ ਦੋ એનર્ਜੀਜ਼ ਲੱਗ ਰਹੀਆਂ, ਸਮ ਆਫ ਕਨੈਕਟਿੰਗ એનર્ਜੀ ਐਂਡ ਪੋਟੈਂਸ਼ੀਅਲ એનર્ਜੀਜ਼ ਲੱਗ ਰਹੀਆਂ. ਅਤੇ ਆਪਾਂ ਗੱਲ ਕਰੀਏ ਮੋਸ਼ਨ ਦੇ ਵਿੱਚ ਹਮੇਸ਼ਾ ਕੀ ਰਹਿਣਗੀਆਂ, ਕੌਨਸਟੈਂਟ ਰਹਿਣਗੀਆਂ, ਸੇਮ ਰਹਿਣਗੀਆਂ ਪੁੱਤਰ ਜੀ, ਉਹਨਾਂ ਦੇ ਵਿੱਚ ਚੇਂਜ ਨਹੀਂ ਆਏਗਾ. ਪਰ ਜੇ ਧਿਆਨ ਨਾਲ ਵੇਖਿਆ ਜਾਵੇ ਤਾਂ ਉੱਥੇ ਬੇਟਾ ਜੀ ਜਿਹੜੀ ਗ੍ਰੈਵਿਟੀ ਹੈ ਉਹ ਤਾਂ ਕੰਜ਼ਰਵੇਟਿਵ ਫੋਰਸ ਹੈ, ਪਰ ਜਿਹੜੀ ਏਅਰ ਫ੍ਰਿਕਸ਼ਨ ਦੀ ਗੱਲ ਕਰੀਏ ਉਹ ਕਿਸੇ ਜਗ੍ਹਾ 'ਤੇ ਵੱਧ ਵੀ ਸਕਦਾ ਹੈ, ਕਿਸੇ ਜਗ੍ਹਾ 'ਤੇ ਘੱਟ ਵੀ ਹੋ ਸਕਦਾ. ਸਮ ਟਾਈਮ ਹਵਾ ਜ਼ਿਆਦਾ ਹੋ ਸਕਦੀ, ਸਮ ਟਾਈਮ ਹਵਾ ਘੱਟ ਵੀ ਹੋ ਸਕਦੀ ਹੈ. ਪਰ ਆਪਾਂ ਏਅਰ ਰਜਿਸਟੈਂਸ ਨੂੰ ਕੀ ਕਰ ਦਿੰਦੇ ਹਾਂ, ਇਗਨੋਰ ਕਰ ਦਿੰਦੇ ਹਾਂ ਰਾਜੇ. ਸੋ ਉਸ ਤੋਂ ਬਾਅਦ ਸੈਕਿੰਡ ਐਗਜ਼ਾਮਪਲ ਹੈ ਆਪਣੇ ਕੋਲ ਕਿ ਸਿੰਪਲ ਪੈਂਡਲਮ ਹੈ ਆਪਣੇ ਕੋਲ, ਉਹ ਵਾਈਬਰੇਟ ਕਰਦਾ ਹੈ ਔਰ ਅੱਜ ਜਦੋਂ ਵਾਈਬਰੇਟ ਕਰੇਗਾ ਉਹਦੇ ਕੋਲ ਮਕੈਨੀਕਲ એનર્ਜੀ ਜਿਹੜੀ ਹੈ ਥਰੂ ਆਊਟ ਮੋਸ਼ਨ ਦੇ ਵਿੱਚ ਆਪਾਂ ਕਹਿੰਦੇ ਐਕਸਟ੍ਰੀਮ ਪੋਜੀਸ਼ਨ ਦੇ ਉੱਤੇ ਕੌਨਸਟੈਂਟ ਰਹਿੰਦੀ ਹੈ, ਸੇਮ ਰਹਿੰਦੀ ਹੈ. ਸੋ ਉਹਦੇ ਵਿੱਚ ਵੀ ਬੇਟਾ ਇਹ ਰਜਿਸਟੈਂਸ ਲੱਗਦਾ ਹੈ, ਉਹ ਆਪਣਾ ਜਿਹੜਾ ਮੋਸ਼ਨ ਹੈ ਉਹ ਹੌਲੀ ਹੌਲੀ ਡਿਕਰੀਜ਼ ਕਰਨਾ ਸਟਾਰਟ ਕਰ ਦਿੰਦਾ. ਠੀਕ ਹੈ. ਹੁਣ ਉਸ ਤੋਂ ਬਾਅਦ ਇਸੇ ਗੱਲ ਦੇ ਵਿੱਚ ਉਹਨੇ ਲਿਖਤਾ ਕਿ ਕਲਾਸੀਕਲੀ ਆਪਾਂ ਗੱਲ ਕਰੀਏ, ਕਲਾਸੀਕਲ ਮਕੈਨਿਕਸ ਦੇ ਵਿੱਚ ਆਪਾਂ ਗੱਲ ਕਰੀਏ ਕਿ ਆਇਨਸਟਾਈਨ ਨੇ ਕਹਿਤਾ એનર્ਜੀ ਇਜ਼ ਇਕੁਅਲ ਟੂ, ਉਹਨੇ ਕਹਿਤਾ E ਇਜ਼ ਇਕੁਅਲ ਟੂ ਰਾਜੇ, E ਇਜ਼ ਇਕੁਅਲ ਟੂ mc². E इज़ एनर्जी कदे बराबर है भाई, मास एंड C. व्हाट इज द C? C इज द स्पीड ऑफ लाइट. स्पीड ऑफ लाइट कितनी होंदी राजे, वो होंदी है 3 × 10⁸ मीटर पर सेकेंड. और राजे इत्थे जिहड़ा रिलेशन निकलिया E इज इक्वल टू m × C ਦਾ ਸਕੁਅਰ. सो आइनस्टाइन ने कहता सी जी एनर्जी है कोई कन्वर्ट हो जाती है भाई, वो कन्वर्ट हो जाती है मास दे विच भी तो रेडिएशन दे विच भी. ठीक है. सो रेडिएशन और मास तो वापस आप एनर्जी भी बना लें. सो एनर्जी इस करके यूनीवर्स दे विच हमेशा कॉन्सटेंट रहिंदी है, और बेटा जी हमेशा सेम बनी रहिंदी है. ये जिहड़ा ला है बेटा जी ये फॉलोड होंदा है, ये हमेशा ओबे होंदा है तो ये वैरीफाइड होया होया. ਇਹ ਆਪਾਂ ਗੱਲ ਕਰੀਏ ਨਿਊਕਲੀਅਰ ਫਿਊਜ਼ਨ ਦੇ ਵਿੱਚ ਅਕੋਰਡਿੰਗਸ ਟੂ ਲਾ ਆਫ એનર્ਜੀ, ਆਪਾਂ ਇਹ ਗੱਲ ਕਰੀਏ ਲਾ ਆਫ ਕੰਜ਼ਰਵੇਸ਼ਨ ਆਫ ਮਾਸ ਐਂਡ એનર્ਜੀ ਦੋਨੋਂ ਵੀ ਰਹਿੰਦੇ ਨੇ. ਮਾਸ ਅਤੇ એનર્ਜੀ ਦੋਨੋਂ ਵੀ ਕੰਜ਼ਰਵ ਰਹਿੰਦੇ ਨੇ. ਜਿੰਨਾ ਬਾਡੀ ਦੇ ਵਿੱਚ ਮਾਸ ਹੋਏਗਾ ਉਹ ਫਾਰਮ ਆਫ એનર્ਜੀ ਦੇ ਵਿੱਚ ਵੀ ਕਨਵਰਟ ਹੋ ਜਾਂਦਾ ਹੈ. ਇਸ ਕਰਕੇ ਆਪਾਂ ਲਾ ਆਫ ਕੰਜ਼ਰਵੇਸ਼ਨ ਆਫ ਮਾਸ ਵੀ ਕਹਿ ਦਿੰਦੇ ਹਾਂ, ਅਤੇ ਬੇਟਾ ਇਹ ਜਿਹੜੀ એનર્ਜੀ ਉਹ ਮਾਸ ਦੇ ਵਿੱਚ ਵੀ ਕਨਵਰਟ ਹੋ ਜਾਂਦੀ ਹੈ. ਇਸ ਕਰਕੇ ਲਾ ਆਫ ਕੰਜ਼ਰਵੇਸ਼ਨ ਆਫ એનર્ਜੀ ਵੀ ਕਿਹਾ ਜਾਂਦਾ ਇਹਨੂੰ. सो उस तो अगला बेटा जी ला ऑफ कंजरवेशन ऑफ एंगुलर मोमेंटम. इट स्टेट दैट इफ नो एक्सटर्नल टॉर्क, जे कोई एक्सटर्नल टॉर्क ना लगता हो किसी सिस्टम के उत्ते, टोटल एंगुलर मोमेंटम ऑफ ए सिस्टम रिमेन कॉन्सटेंट. सो पहला ये पता हो एंगुलर मोमेंटम की होंदा. उस दिन पुत्र लीनियर मोमेंटम पढ़िया सी. लीनियर मोमेंटम की होंदा, वो होंदा सी P इज इक्वल टू m × V. ठीक है यार, दिस इज़ ए लीनियर मोमेंटम मास इंटू वेलोसिटी. ਜਦੋਂ ਆਪਾਂ एंगुलर मोमेंटम की गल करते हैं उन्होंने बेटा L ਨਾਲ लिखा जाता, नोटेशन उनकी L ਨਾਲ रहिंदी है. सो एंगुलर मोमेंटम इज इक्वल टू मास V × R. सो इत्थे कोई सर्कुलर बॉडी की गल करिए, रोटेशनल बॉडी की गल करिए, रोटेट करती है अबाउट देयर एक्सिस ऑफ रोटेशन. इत्थे R और डिस्टेंस हो सकता है, R और रेडियस हो सकता है.
सो बेटा जी ये चीज़ भी आप चैप्टर नंबर 5 ਦੇ ਵਿੱਚ ਪੜਾਂਗੇ कि एंगुलर स्पीड ਆਪਾਂ उस दिन पढ़ी ਸੀਗੀ सिंपल वेलोसिटी पढ़ी वेलोसिटी वास्ते ਤੁਹਾਨੂੰ कहता ਸੀਗਾ कि 9th क्लास ਦੇ ਇੱਕ ਲੈਕਚਰ ਪਾਇਆ ਉਹਨੂੰ ਪੜ੍ਹ ਲਿਆ ਜੇ ਬਾਈ वेलोसिटी इज इक्वल टू ਕੀ ਹੁੰਦਾ ਸੀਗਾ डिसप्लेसमेंट अपॉन टाइम जे ਤੁਹਾਨੂੰ कोई ਪੁੱਛ ले एंगुलर वेलोसिटी की होंदी है राजे सो एंगुलर वेलोसिटी की होएगी एंगुलर डिसप्लेसमेंट अपॉन टाइम हुण एंगुलर डिसप्लेसमेंट का मतलब की है पुत्र जी सिंपल है कि कोई बॉडी मान लो आउंदा सेंटर है इत्थों मूव करना स्टार्ट करती है सर्कुलर मोशन में मूव करती है तो सर्कुलर बनया तो नहीं वैसे चलो सो दिस एंगल इज़ ए थीटा ठीक है आ पॉइंट आ जिहड़ा मान लेने दूरी कितनी है आर सो बेटे जी आ आप डिस्टेंस मान लिया कि आ डिस्टेंस ते दूरी के उत्ते बॉडी पई हुई है उहदे कोल अपना कोई मास है उहदे कोल कोई अपनी वेलोसिटी है जिहदे नाल मूव करेगी सो अपने कोल की होएगा कुछ समय बाद वो किस डिस्टेंस के उत्ते पहुँच जाती है ए तो बी पॉइंट ते पहुँच जाती आ जिहड़ा डिस्टेंस वो कवर करती है दैट इज़ ए डिसप्लेसमेंट एंगुलर डिसप्लेसमेंट ठीक है आ जिहड़ा थीटा की रिप्रजेंट करेगा दिस गिव्स द एंगुलर डिसप्लेसमेंट लो बेटा जी तुहाडी क्लैरिफिकेशन वास्ते मैं टॉपिक अगे ही आ गया सीधा तो जो तुहानूं क्लीयर होवे एंगुलर डिसप्लेसमेंट हुंदी की है हुण बेटा जी आ देखो आपां इत्थों मूव कराया ए तो बी तक बॉडी कोई मूव कीती आउंदे विच एंगल बनता है थीटा हुण सब तो पहलां आपां लिखांगे आपां नूं पता कि आर्क आपां मान लैंदे कि आर्क जिहड़ी ए तो बी है इत्थे तुहाडे बुक वालिआं ने जो मन्निआ उही मान लैंदे आपां खुद भी मान सकदे कुछ भी इत्थे हैगा ए तो बी लेंथ मान ली किन्नी उहने मान ली एल लेंथ मान ली बेटा जी ओ भी रेडियस है ओ बी भी रेडियस है जिन्हों आप आर लिखिया ओके हुण बेटा जी आप लिखांगे फार्मूला होंदा है एंगल इज़ इक्वल टू आर्क अपॉन रेडियस लिख लिया एंगल इज़ इक्वल टू आर्क अपॉन रेडियस एंगल हैगा थीटा आर्क हैगी है एल रेडियस हैगा आर इत्थों राजे अपने को इक्वेशन जिहड़ी बनी वो बनी थीटा इज़ इक्वल टू एल बाय आर ये बेटा आपां गल कीती एंगुलर डिसप्लेसमेंट दी जे कोई पूछ ले रिलेशन बिटवीन एंगुलर डिसप्लेसमेंट एंड लीनियर डिसप्लेसमेंट रिलेशन बिटवीन एंगुलर डिसप्लेसमेंट एंड लीनियर डिसप्लेसमेंट तो फिर इक्वेशन अपने को कुछ इदां दी बननी सीगी डी आर इज़ इक्वल टू आर इंटू डी ऑफ थीटा इहदा भी राजे प्रूव होंदा वो प्रूव भी जे कहंदे तो कर दिंदे हो भी इत्थों ही बनना सी जे स्मॉल एंगल ले लेंदे तो स्मॉल आर्क आ जानी सीगी स्मॉल एंगल यानी कि डी थीटा इज़ इक्वल टू स्मॉल आर्क आपां लिख लेना सीगा स्मॉल आर्क एल की जगह तो डी आर कर देंगे रेडियस आर ही रहन देंगे तो बेटा जी डी आर इज़ इक्वल टू आर इंटू डी ऑफ थीटा आ जाना सीगा सो ऑफलाइन क्लासिस का फायदा तो बहुत होंदा ऑनलाइन का लिमिटेड टाइम होंदा है बिकॉज वीडियो जी लेंथी हो जाती है तो जी गल कहना चाहते हो गल पहुँच नहीं पाती सो वापस आइए टॉपिक ते रहिए टॉपिक फिर पिछे छुट गया पुत्र सो अपने को लिखा गया कि लॉ ऑफ कंजरवेशन ऑफ एंगुलर मोमेंटम की रहेगा कंजर्व रहेगा सो ये एक टर्म होर लिखी है आइसोट्रॉपी ऑफ द स्पेस इहदा मतलब राजे की होंदा है आइसोट्रॉपी ऑफ स्पेस का मतलब ये होंदा है द स्पेस पोजेस द सेम प्रॉपर्टी इन ऑल डायरैक्शन ये बहुत इंपॉर्टेंट टर्म है पुत्र आइसोट्रॉपी ऑफ स्पेस जी है कि जो स्पेस के हर एक पासे जिहड़ियां प्रॉपर्टीज़ ने वो हर एक डायरैक्शन वाल सेम रहिंदियां सो न्यूटन का थर्ड ला सीगा 3 ला सीगी वो ला ऑफ रोटेशन दे विच भी फॉलोड होंदे ने एग्जाम्पल ने बेटा जी जो अपन दसदियां है कि कंजरवेशन ला जिहड़ा ऑफ एंगुलर मोमेंटम होंदा डेली लाइफ के फस्ट है अपन पता है कि जी अर्थ है सन के दुआले हमेशा घूमती रहिंदी है सेम वेलोसिटी के नाल आपां कहिए जां वेलोसिटी होंदी इनक्रीज जां डिक्रीज होंदी है 2 पॉइंट्स आउंदे वो भी तुहानूं पता है जो क्लोज होंदी है धरती के उस टाइम के उत्ते उहदी स्पीड जिहड़ी है उस टाइम तो उहदी स्पीड वध जाती है तो जो दूर जाती है स्पीड घट जाती है सो ये चीज़ आपां कैपलर थर्ड ला दे विच पढ़िया सी राजे उस तो बाद बेटा जी सैकेंड एग्जाम्पल हैगी अलार्मिंग हाई स्पीड ऑफ इनर लेयर ऑफ द हुण बेटा जी जे आपां नूं पता है सैकलोन वगैरह रिसेंटली आया सीगा सुपर सैकलोन आया होया सीगा आपां नूं उड़ीसा वगैरह कोस्ट दे विच पता है
ਤੇ ਬੇਟਾ ਜੀ ਉਹਨਾਂ ਦੇ ਵਿੱਚ ਹੁੰਦਾ ਕਿ ਇਨਸਾਈਡ ਜਿਹੜੀ ਇਹ ਇਨਰ ਲੇਅਰ ਹੁੰਦੀ ਹੈ ਉਹਦੇ ਵਿੱਚ ਹਾਈਅਰ ਸਪੀਡ ਆ ਜਾਂਦੀ ਹੈ। ਹਾਈਅਰ ਸਪੀਡ ਕਿਉਂ ਆਉਂਦੀ ਹੈ, ਉਹਦਾ ਕਾਰਨ ਕੀ ਉਹਨੂੰ ਆਪਾਂ ਐਕਸਪਲੇਨ ਕਰ ਸਕਦੇ ਹਾਂ, ਉਹਦਾ ਲਾ ਆਫ ਦਾ ਕੰਜ਼ਰਵੇਸ਼ਨ ਆਫ ਐਂਗੂਲਰ ਮੋਮੈਂਟਮ, ਕਿਉਂਕਿ ਬੇਟਾ ਜੀ ਉਹਦੇ ਵਿੱਚ ਐਂਗੂਲਰ ਮੋਮੈਂਟਮ ਕੰਜ਼ਰਵ ਰਹਿੰਦਾ, ਉਹਦੀ ਸਪੀਡ ਹਾਈਅਰ ਬਣ ਜਾਂਦੀ ਜਿਵੇਂ ਜਿਵੇਂ ਬੋਡੀ ਘੁੰਮਦੀ ਹੈ। ਇਸੇ ਤਰ੍ਹਾਂ ਬੇਟਾ ਜੀ ਕੋਈ ਡਰਾਈਵਿੰਗ ਜੰਪ ਕਰਦਾ ਹੈ, ਇਹਦਾ ਮਤਲਬ ਹੈ ਕਿ ਆਪਾਂ ਵੇਖਿਆ ਹੋਣਾ ਕਿ ਸਮ ਟਾਈਮ ਪਾਣੀ ਵਿੱਚ ਛਾਲਾਂ ਮਾਰਦੇ ਨੇ ਲੋਕ ਉੱਪਰੋਂ ਬੋਰਡ ਤੋਂ ਮਾਰੋ ਕਿਸੇ ਵੀ ਸਪਰਿੰਗ ਤੋਂ ਮਾਰਨ, ਅਤੇ ਰਾਜੇ ਉਹਦੇ ਵਿੱਚ ਵੀ ਕੀ ਹੁੰਦੇ ਆ ਆਦੀ ਬੋਡੀ ਨੂੰ ਉਹਦੇ ਆਲੇ ਦੁਆਲੇ ਘੁਮਾ ਲੈਂਦੇ, ਉਹ ਵੀ ਕੀ ਕਰਦੇ ਬੇਟਾ ਜੀ ਲਾ ਆਫ ਕੰਜ਼ਰਵੇਸ਼ਨ ਆਫ ਐਂਗੂਲਰ ਮੋਮੈਂਟਮ ਦਾ ਯੂਜ਼ ਕਰਦੇ ਆ। ਇਸੇ ਤਰ੍ਹਾਂ ਆਪਾਂ ਦੇਖਿਆ ਕਈ ਵਾਰ ਜਿਹੜੇ ਡਾਂਸਰ ਹੁੰਦੇ ਨੇ ਜਾਂ ਉਹ ਬੇਟਾ ਇੱਕ ਲੱਤ ਦੇ ਉੱਤੇ ਸਰੀਰ ਨੂੰ ਘੁਮਾ ਲੈਂਦੇ ਨੇ ਆਦੀ ਬੋਡੀ ਨੂੰ ਅਤੇ ਬਾਹਾਂ ਨੂੰ ਕਲੋਜ਼ ਇਕੱਠਾ ਕਰਦੇ ਨੇ, ਉਦੋਂ ਬੋਡੀ ਜ਼ਿਆਦਾ ਘੁੰਮਦੀ ਹੈ, ਉਹਦੇ ਵਿੱਚ ਵੀ ਬੇਟਾ ਕਾਰਨ ਕੀ ਹੁੰਦਾ ਹੈ, ਲਾ ਆਫ ਕੰਜ਼ਰਵੇਸ਼ਨ ਆਫ ਐਂਗੂਲਰ ਮੋਮੈਂਟਮ ਹੀ ਹੁੰਦਾ। ਸੋ ਥੈਂਕ ਯੂ, ਰੀਡ ਕਰਿਆ ਜੇ ਇਹਨੂੰ ਪੁੱਤਰ, ਥੈਂਕ ਯੂ ਸੋ ਮਚ।